students, once again welcome to my YouTube channel. Today I am discuss about to the fundamental of partnership part third. In this chapter we are discussing about to the partnerships, the practical problems we are discussing in this session. In the first two session we are discussing about their theories, and second part I will discussing about there's some basic concepts related to the partnership. Now we are continuing from this session. Start from the practical problem. First practical problem related to interest on capital and interest on drawings. Now how to be manage their paid to their commission, and we are discussing in this session in this practical problem. Now we are start from this. ਸ਼ੁਰੂ ਦੇ ਵਿੱਚ ਦੋ ਪਾਰਟਨਰਸ ਨੇ, ਪ੍ਰੇਮ ਤੇ ਮਨੋਜ, ਜਿਨ੍ਹਾਂ ਨੇ ਪਾਰਟਨਰਸ਼ਿਪ ਫਰਮ ਨੂੰ ਸਟਾਰਟ ਕੀਤਾ ਵਾ। ਸ਼ੇਅਰ ਕਰਦੇ ਆ ਪ੍ਰੋਫਿਟ ਕਿੰਨਾ 2:1 ਰੇਸ਼ੋ ਦੇ ਵਿੱਚ। ਤੇ ਇੱਥੇ ਕੀ ਹੈ, ਇੱਕ ਪਾਰਟਨਰਸ਼ਿਪ ਡੀਡ ਆ, ਯਾਨੀ ਕਿ ਇਹ ਕੀ ਆ, ਰਿਟਨ ਡਾਕੂਮੈਂਟ ਆ। ਤਾਂ ਇੱਥੇ ਪ੍ਰੇਮ ਨੂੰ ਵਾਸ ਟੂ ਬੀ ਅ ਪੇਡ ਸੈਲਰੀ 2500, ਵੀ ਉਹਨੂੰ ਪਰ ਮੰਥ 2500 ਰੁਪਈਆ ਸੈਲਰੀ ਦਿੱਤੀ ਜਾਂਦੀ। ਹੁਣ ਇਹ ਪਰ ਮੰਥ ਦਿੱਤੀ ਹੈ, ਐਨੂਅਲ ਨਹੀਂ ਦਿੱਤੀ, ਤਾਂ ਸਾਨੂੰ ਇਹਨੂੰ ਐਨੂਅਲ ਬਣਾਉਣਾ ਪਏਗਾ। ਫਸਟ ਪੁਆਇੰਟ ਹੋ ਗਿਆ। ਨੈਕਸਟ ਹੈ ਮਨੋਜ ਵਾਸ ਗੈਟਿੰਗ ਦੀ ਅ ਕਮਿਸ਼ਨ ਆਫ 10,000 ਪਰ ਈਅਰ। ਹੁਣ ਉਹਨੂੰ ਪਰ ਈਅਰ 10,000 ਜਿਹੜਾ ਵਾ ਕਮਿਸ਼ਨ ਦਿੱਤਾ ਜਾਂਦਾ ਵਾ। ਚਲੋ ਇਹ ਤਾਂ ਐਨੂਅਲ ਹੈਗਾ ਵਾ, ਤਾਂ ਇਹਦੇ ਵਿੱਚ ਕੋਈ ਇਸ਼ੂ ਨਹੀਂ। ਨੈਕਸਟ ਹੈਗਾ ਵਾ ਇੰਟਰਸਟ ਔਨ ਕੈਪੀਟਲ ਵਾਸ ਅਲਾਊਡ 5%। ਜਿਹੜਾ ਇੰਟਰਸਟ ਔਨ ਕੈਪੀਟਲ ਆ ਉਹ ਕਿੰਨੇ ਪਰਸੈਂਟ ਅਲਾਊ ਕੀਤਾ ਜਾਂਦਾ, 5% ਅਲਾਊ ਕੀਤਾ ਜਾਂਦਾ ਵਾ। ਤੇ ਇੰਟਰਸਟ ਔਨ ਡਰਾਇੰਗ ਵਾਸ 6% ਪਰ ਐਨਮ। ਤੇ ਹੁਣ ਜਿਹੜੀ ਡਰਾਇੰਗ ਦੇ ਉੱਤੇ ਇੰਟਰਸਟ ਦੇ ਰਹੇ ਹਾਂ ਉਹ 6% ਦੇ ਰਹੇ ਹਾਂ, ਤੇ ਇੰਟਰਸਟ ਔਨ ਕੈਪੀਟਲ ਕਿੰਨਾ ਵਾ, 5% ਦਿੱਤਾ ਜਾ ਰਿਹਾ। ਨੈਕਸਟ ਹੈ ਜੇ ਇੰਟਰਸਟ ਔਨ ਪ੍ਰੇਮਸ ਡਰਾਇੰਗ। ਹੁਣ ਪ੍ਰੇਮ ਦੀ ਡਰਾਇੰਗ ਦਾ ਇੰਟਰਸਟ ਵੀ ਦਿੱਤਾ, ਇੱਥੇ ਦੇਖੋ ਕਿੰਨਾ ਦਿੱਤਾ ਆ, 1250, 1250 ਰੁਪਏ ਦਿੱਤੇ ਹੋਏ ਨੇ। ਐਂਡ ਦੀ ਮਨੋਜ ਡਰਾਇੰਗਸ 425, ਤੇ ਜਿਹੜਾ ਮਨੋਜ ਆ ਉਹਦੀ ਵੀ ਡਰਾਇੰਗ ਦਾ ਇੰਟਰਸਟ ਦਿੱਤਾ ਹੈ 425। ਤਾਂ ਹੁਣ ਸਾਡਾ ਜਿਹੜਾ 6% ਜਿਹੜਾ ਅਸੀਂ ਡਰਾਇੰਗ ਦੇ ਉੱਤੇ ਇੰਟਰਸਟ ਦੇਣਾ, ਤਾਂ ਇਹ ਯੂਜ਼ਲੈਸ ਆ। ਕਿਉਂ? ਕਿਉਂਕਿ ਸਾਨੂੰ ਇੰਟਰਸਟ ਗਿਵਨ ਹੀ ਆ। ਤਾਂ ਇਹ ਤੁਹਾਨੂੰ ਕਨਫਿਊਜ਼ ਕਰਨ ਦੇ ਲਈ ਕੁਐਸਚਨ ਦਿੱਤਾ ਗਿਆ ਹੁੰਦਾ ਵਾ। ਇਹਦੇ ਵਿੱਚ ਕਿੱਦਾਂ ਹੋ ਸਕਦਾ, ਕਈ ਵਾਰ ਤੁਹਾਨੂੰ ਕੁਐਸਚਨ ਦੇ ਵਿੱਚ ਡਰਾਇੰਗਸ ਵੀ ਦਿੱਤੀਆਂ ਜਾ ਸਕਦੀਆਂ, ਜਿਵੇਂ ਕਹਿ ਦੇਣ ਵੀ 10,000 ਡਰਾਇੰਗਸ ਆ ਤੇ 6% ਤੁਹਾਨੂੰ ਇਹ ਰੇਟ ਆਫ ਇੰਟਰਸਟ ਦੇ ਦਿੱਤਾ, ਤੇ ਲਾਸਟ ਦੇ ਵਿੱਚ ਤੁਹਾਨੂੰ ਦੇ ਦਿੱਤਾ ਇੰਟਰਸਟ ਔਨ ਡਰਾਇੰਗ ਜਿਵੇਂ ਆਹ ਦੇ ਦਿੱਤਾ। ਤਾਂ ਤੁਸੀਂ ਕਦੇ ਵੀ ਇਹਦੇ ਉੱਤੇ ਕੈਲਕੂਲੇਸ਼ਨ ਕਰਨੀ ਬੈਠ ਜਾਣਾ, 6% ਇਹਦੇ ਉੱਤੇ ਲਾ ਲਓਗੇ ਤਾਂ ਉਹ ਗਲਤ ਆਏਗਾ, ਕਿਉਂਕਿ ਉਹਦਾ ਆਨਸਰ ਵੀ ਜਿਹੜਾ ਆਏਗਾ ਉਹ ਡਿਫਰ ਆਏਗਾ ਫਰੋਮ ਦਿਸ। ਠੀਕ ਹੈ ਜੀ। ਤਾਂ ਇਹ ਚੀਜ਼ ਤੁਸੀਂ ਧਿਆਨ ਰੱਖਣੀ ਆ ਵੀ ਤੁਸੀਂ ਜਿਹੜਾ ਤੁਹਾਨੂੰ ਗਿਵਨ, ਚਾਹੇ ਉਹ ਰੇਟ ਆਫ ਇੰਟਰਸਟ ਜਿੰਨਾ ਮਰਜ਼ੀ ਦੇ ਦੇਵੇ ਤੇ ਉਹ ਜਿੰਨੀ ਮਰਜ਼ੀ ਕੈਪੀਟਲ ਦੇ ਦੇਵੇ ਜਾਂ ਡਰਾਇੰਗ ਦੇ ਦੇਵੇ, ਬਟ ਜੇਕਰ ਇੰਟਰਸਟ ਗਿਵਨ ਆ ਤਾਂ ਤੁਸੀਂ ਉਹੀ ਚੱਕ ਲੈਣਾ। ਉਹ ਚਾਹੇ ਪਰ ਐਨਮ ਦਾ ਹੋਵੇ, ਜਿਵੇਂ ਮਰਜ਼ੀ ਆ, ਤੁਹਾਨੂੰ ਐਜ਼ ਕੰਸੀਡਰ ਕਰ ਲੈਣਾ ਵੀ ਉਹ ਪਰ ਐਨਮ ਆ ਤੇ ਸਾਨੂੰ ਗਿਵਨ ਆ, ਅਸੀਂ ਉਵੇਂ ਹੀ ਚਾਰਜ ਕਰ ਲੈਣਾ ਵਾ। ਨੈਕਸਟ ਹੈਗਾ ਇੰਟਰਸਟ ਔਨ ਟੂ ਦੀ ਕੈਪੀਟਲ ਪਾਰਟਨਰਸ। ਵੀ ਹੁਣ ਜਿਹੜਾ ਇੰਟਰਸਟ ਔਨ ਕੈਪੀਟਲ ਪਾਰਟਨਰ ਵੀ ਦਿੱਤਾ ਹੈ 10,000 ਤੇ 7500, ਸਾਨੂੰ 5% ਕਿਹਾ ਸੀ ਕੈਪੀਟਲ ਦੇ ਉੱਤੇ। ਤਾਂ ਸਾਨੂੰ ਕੈਪੀਟਲ ਨਾ ਕੱਢਣ ਦੀ ਲੋੜ ਆ, ਤੇ ਸਾਨੂੰ ਸਿਰਫ ਇੰਟਰਸਟ ਔਨ ਕੈਪੀਟਲ ਚਾਹੀਦਾ ਸੀ। ਕਿਉਂ? ਕਿਉਂਕਿ ਅਸੀਂ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਹੀ ਬਣਾਉਣਾ ਵਾ, ਨਾ ਅਸੀਂ ਕੈਪੀਟਲ ਅਕਾਊਂਟ ਨਹੀਂ ਬਣਾਉਣਾ, ਨਹੀਂ ਫਿਰ ਅਸੀਂ ਕੈਪੀਟਲ ਵੀ ਕੈਲਕੂਲੇਟ ਕਰ ਸਕਦੇ ਸੀ। ਨੈਕਸਟ ਹੈ ਵੀ ਸਾਨੂੰ ਜਿਹੜਾ ਪ੍ਰੋਫਿਟ ਦਿੱਤਾ ਹੋਇਆ 90,575 ਰੁਪੀਜ਼, 90,575 ਰੁਪਏ ਜਿਹੜਾ ਤੁਹਾਡਾ ਪ੍ਰੋਫਿਟ ਦਿੱਤਾ ਹੋਇਆ। ਹੁਣ ਅਸੀਂ ਇਹਨੂੰ ਸਟਾਰਟ ਕਰਦੇ ਹਾਂ ਸੈਸ਼ਨ ਨੂੰ। ਦੇਖੋ ਇਹਦੇ ਆਨਸਰ ਦੇ ਵਿੱਚ ਪਹਿਲੀ ਹੈਗੀ ਸੈਲਰੀ ਜਿਹੜੀ ਪ੍ਰੇਮ ਨੂੰ ਦਿੱਤੀ ਜਾ ਰਹੀ ਸੀ 2500 ਨੂੰ 12 ਦੇ ਨਾਲ ਮਲਟੀਪਲਾਈ ਕਰੋਗੇ ਤਾਂ ਤੁਹਾਡਾ ਕਿੰਨਾ ਆਊਗਾ, 30,000 ਆਨਸਰ ਆ ਜਾਏਗਾ। ਤੇ ਹੁਣ ਇੱਥੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ। ਕਈ ਵਾਰ ਕੀ ਹੁੰਦਾ ਵਾ, ਜਿਵੇਂ ਤੁਹਾਨੂੰ ਆ ਪਰ ਮੰਥ ਦੇਤੀ ਵੀ ਸੈਲਰੀ 2600 ਰੁਪਏ ਲਗਾ ਲਓ, ਵੀ 2600 ਰੁਪਏ ਦੇਤੀ, ਤੇ ਲਾਸਟ ਦੇ ਵਿੱਚ ਤੁਹਾਨੂੰ ਦੱਸਤਾ ਵੀ ਉਹਦੀ ਐਨੂਅਲ ਜਿਹੜੀ ਸੈਲਰੀ ਆ ਉਹ 30,000 ਆ। ਤਾਂ ਤੁਸੀਂ ਕਦੇ ਵੀ 26 ਨੂੰ 12 ਨਾਲ ਮਲਟੀਪਲਾਈ ਨਹੀਂ ਕਰਨ ਬਹਿ ਜਾਣਾ। ਤੁਸੀਂ ਜਸਟ ਦੇਖੋ ਵੀ ਤੁਹਾਨੂੰ ਸੈਲਰੀ ਗਿਵਨ ਆ ਕਿੰਨੀ ਦਿੱਤੀ ਹੈ, ਜੋ 30,000 ਦਿੱਤੀ ਹੈ ਐਜ਼ ਇਟ ਇਜ਼ ਉਹੀ ਚੱਕ ਕੇ ਉੱਥੇ ਲਿਖ ਦਿਓ। ਇੱਥੇ 30,000 ਅਸੀਂ ਲਿਖਤੀ। ਨੈਕਸਟ ਹੈਗਾ ਵਾ ਕਮਿਸ਼ਨ ਗਿਵਨ ਸੀਗਾ 10,000, ਅਸੀਂ ਉਹ ਉਸੇ ਤਰੀਕੇ ਨਾਲ ਲਿਖ ਲਿਆ। ਨੈਕਸਟ ਹੈਗਾ ਇੰਟਰਸਟ ਔਨ ਕੈਪੀਟਲ। ਹੁਣ ਇੰਟਰਸਟ ਔਨ ਕੈਪੀਟਲ ਉਹਨੇ ਕਿਹਾ ਵੀ 5% ਦੇਣਾ ਵਾ, ਉਹ ਦਿੱਤਾ ਹੀ ਹੋਇਆ ਸਾਨੂੰ 10,000 ਤੇ 7500 ਰੁਪਏ। ਮੰਨ ਲਓ ਤੁਹਾਨੂੰ ਇਹਦੇ ਵਿੱਚ ਕੈਪੀਟਲ ਕੈਲਕੂਲੇਟ ਕਰਨੀ ਹੈ, ਤਾਂ ਕਿੱਦਾਂ ਕਰੋਗੇ? ਦੇਖੋ 10,000 ਤੁਸੀਂ ਇੰਟਰਸਟ ਲਿਖ ਲੈਣਾ, ਮਲਟੀਪਲਾਈ ਬਾय 100 ਤੇ ਡਿਵਾਈਡ ਬਾय 5 ਕਰ ਲੈਣਾ। ਇਹਦੀ ਕਟਿੰਗ ਕਰ ਲੈਣੀ ਹੈ, 5 2 10, 2000 ਨੂੰ 100 ਨਾਲ ਮਲਟੀਪਲਾਈ ਕਰੋਗੇ 2 ਲੱਖ ਬਣ ਜਾਏਗੀ। ਤਾਂ ਕੈਪੀਟਲ ਸਾਡੀ ਕਿੰਨੀ ਆਏਗੀ, ਓਪਨਿੰਗ ਕੈਪੀਟਲ ਕਿੰਨੀ ਆ, 2 ਲੱਖ ਆ, ਜਿਵੇਂ ਕੈਲਕੂਲੇਟ ਕੀਤੀ ਆ। ਇਸੇ ਤਰੀਕੇ ਨਾਲ ਉਹਨਾਂ ਨੇ 7500 ਦਾ 5% ਕੱਢ ਕੇ 1.5 ਲੱਖ ਰੁਪਈਆ ਕੈਪੀਟਲ ਨੂੰ ਸ਼ੋਅ ਕੀਤਾ ਹੋਇਆ। ਠੀਕ ਹੈ ਜੀ। ਅਸੀਂ ਇਹ ਪਹਿਲੇ ਸੈਸ਼ਨ ਸੈਕਿੰਡ ਸੈਸ਼ਨ ਦੇ ਵਿੱਚ ਅਸੀਂ ਗੱਲ ਕੀਤਾ ਸੀ ਵੀ ਇੱਧਰ ਕੀ ਆਉਣਗੇ, ਸਾਰੇ ਐਕਸਪੈਂਸ ਆਉਣਗੇ ਜਿਹੜਾ ਕਿ ਉਹ ਪੇਡ ਕਰੇਗਾ, ਤੇ ਇੱਧਰਲੀ ਸਾਈਡ ਸਾਡੀਆਂ ਕਿਹੜੀਆਂ ਆਉਣਗੀਆਂ, ਇਨਕਮਸ ਆਉਣਗੀਆਂ। ਕਿਹਦੀਆਂ ਆਉਣਗੀਆਂ? ਫਰਮ ਦੀ ਹੋਈ, ਜਿਹੜੀ ਫਰਮ ਸੋਚਦੀ ਹੈ ਮੈਨੂੰ ਇਨਕਮ ਹੋਈ ਹੈ। ਪਹਿਲੀ ਹੈਗੀ ਆ ਜਿਵੇਂ ਪ੍ਰੋਫਿਟ ਦਿੱਤਾ ਹੋਇਆ ਸੀ 90,575, ਉਹ ਐਜ਼ ਇਟ ਈਜ਼ੀ ਲਿਖ ਲੈਣਾ। ਫਿਰ ਉਸ ਤੋਂ ਬਾਅਦ ਇੰਟਰਸਟ ਔਨ ਡਰਾਇੰਗ ਵੀ ਤੁਹਾਨੂੰ ਗਿਵਨ ਸੀਗਾ, ਉਹ ਬਾਈ ਸਾਈਡ ਆਉਂਦਾ, ਤੇ ਅਸੀਂ ਉਹਨੂੰ ਇੱਦਾਂ ਹੀ ਲਿਖਿਆ। ਇਹਨਾਂ ਦਾ ਸਾਰਿਆਂ ਦਾ ਸਮ ਕਰ ਲੈਣਾ, ਤਾਂ ਕਿੰਨਾ ਬਣ ਜਾਏਗਾ,
92,250, ठीक है जी। ये बन जाएगा 92,250 रुपए। फिर ਉਹਦੇ ਵਿੱਚੋਂ ਤੁਸੀਂ ਕੀ ਕਰਨਾ 40,000 ਤੇ 17,500 ਇਹ ਘਟਾ ਲੈਣਾ, ਯਾਨੀ ਕਿ ਕਿੰਨਾ ਆਏਗਾ 57,500। ਇਹਨੂੰ ਮਾਈਨਸ ਕਰ ਲੈਣਾ 92,250 ਦੇ ਵਿੱਚੋਂ, ਠੀਕ ਹੈ ਜੀ। ਤਾਂ ਤੁਹਾਡਾ ਆਨਸਰ ਬਣੇਗਾ 34,750। ਤਾਂ ਤੁਹਾਡਾ 34,750 ਰੁਪਏ ਬਣੇਗਾ। ਫਿਰ ਇਸ ਵਾਲੇ ਪ੍ਰੋਫਿਟ ਨੂੰ ਤੁਸੀਂ ਵੰਡਣਾ ਵਾ ਉਹਨਾਂ ਦੀ ਰੇਸ਼ੋ ਦੇ ਵਿੱਚ। ਰੇਸ਼ੋ ਉਹਨਾਂ ਦੀ ਕਿੰਨੀ ਸੀ 3:2। ਤਾਂ ਜਿਹੜਾ ਸਾਡਾ ਪਹਿਲਾ ਵਾ ਪ੍ਰੇਮ ਉਹਨੂੰ ਦੇਵਾਂਗੇ 3/5। ਤੇ 5 ਕਿਵੇਂ ਲੈਣੇ ਹੁੰਦੇ ਅਸੀਂ, ਜਿਹੜੀ ਰੇਸ਼ੋ ਆ ਉਹਨਾਂ ਦਾ ਸਮ ਕਰ ਲਓ, ਕਿੰਨਾ ਹੁੰਦਾ 3 + 2 5। ਤਾਂ ਉਹ ਲਿਖ ਲੈਣਾ, ਇਹਦੀ ਕਟਿੰਗ ਕਰ ਲਓ 6 49,250 ਇੰਨਾ ਆ ਗਿਆ। ਤੇ ਇੰਨੇ ਨੂੰ ਹੁਣ ਤੁਸੀਂ 3 ਨਾਲ ਮਲਟੀਪਲਾਈ ਕਰ ਲਓ, ਕਿੰਨਾ ਬਣੇਗਾ 0 15 1 ਕੈਰੀ 27 28 2 ਕੈਰੀ 18 ਤੇ 2 20 ਇੰਨਾ ਆਏਗਾ 2850 20,850 ਆ ਲਿਖਿਆ ਹੈ, ਠੀਕ ਹੈ ਜੀ। ਤੇ ਤੁਸੀਂ ਇਸੇ ਤਰੀਕੇ ਨਾਲ ਜਿਹੜੀ ਥਰਡ ਆ ਉਹਨੂੰ ਵੀ ਇਸ ਤਰੀਕੇ ਨਾਲ ਹੀ ਡਿਵਾਈਡ ਕਰਕੇ ਤੁਸੀਂ ਇਹਦੀ ਰੇਸ਼ੋ ਨਾਲ ਕੱਢ ਸਕਦੇ ਹੋ। ਤੇ ਉਦੋਂ ਵੀ ਈਜ਼ੀ ਵੇ ਆ, ਕਿੱਦਾਂ ਵਾ ਵੀ ਜਿੰਨਾ ਤੁਹਾਡਾ ਟੋਟਲ ਪ੍ਰੋਫਿਟ ਆ ਤੇ ਤੁਸੀਂ ਕੀ ਆ ਜਿਵੇਂ ਪ੍ਰੇਮ ਦਾ ਕੱਢ ਲਿਆ ਤਾਂ ਉਹਦੀ ਕੈਪੀਟਲ ਉਹਦੇ ਪ੍ਰੋਫਿਟ ਸ਼ੇਅਰ ਨੂੰ ਮਾਈਨਸ ਕਰ ਦਿਓ, ਜਿਹੜਾ ਰਿਮੇਨਿੰਗ ਬਚੇਗਾ ਉਹ ਸ਼ੇਅਰ ਉਹਦਾ ਬਣ ਜਾਏਗਾ। ਇਹ ਕਿੰਨਾ ਆ 17 9 ਆ ਜਾਏਗਾ, ਤੇ ਇੱਥੇ ਆ ਗਿਆ 3, ਇੱਥੇ 3 ਆ ਜਾਏਗਾ, ਇੱਥੇ 1, ਤਾਂ ਕਿੰਨਾ ਆ 13,900 ਜਿਹੜਾ ਉਹਦਾ ਆਨਸਰ ਆ ਜਾਏਗਾ ਪ੍ਰੋਫਿਟ ਦਾ। ਆਈ ਹੋਪ ਤੁਹਾਨੂੰ ਇਹ ਸਮਝ ਆ ਗਿਆ ਹੋਊਗਾ। ਤਾਂ ਹੁਣ ਅਸੀਂ ਅੱਗੇ ਗੱਲ ਕਰਦੇ ਹਾਂ। ਇਹਦਾ ਤੁਸੀਂ ਸਕਰੀਨਸ਼ਾਟ ਵੀ ਮਾਰ ਸਕਦੇ ਹੋ ਜੋ ਮਾਰਨਾ ਚਾਹੁੰਦੇ ਹੋ, ਤਾਂ ਜੋ ਤੁਹਾਨੂੰ ਇਹ ਕਲੀਅਰ ਹੋ ਸਕੇ। ਤਾਂ ਤੁਸੀਂ ਇਹਨੂੰ ਮਾਰ ਸਕਦੇ ਹੋ। ਨੈਕਸਟ ਹੈ ਸਾਡੇ ਕੋਲ, ਨੈਕਸਟ ਕੁਐਸਚਨ ਹੈ ਆਸ਼ੀਸ਼ ਐਂਡ ਆਕਾਸ਼ ਆਰ ਦੀ ਪਾਰਟਨਰ ਆਫ ਪ੍ਰੋਫਿਟ ਸ਼ੇਅਰਿੰਗ ਰੇਸ਼ੋ। ਉਹਨਾਂ ਦੀ ਹੁਣ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਕਿੰਨੀ ਆ 3:2। ਉਹਨਾਂ ਦੀ ਇਹ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਆ, ਤੇ ਉਹਨਾਂ ਦੀ ਕੈਪੀਟਲ ਵਾਜ਼ ਸ਼ੋਜ਼ ਟੂ ਦੀਅਰ ਕ੍ਰੈਡਿਟ ਬੈਲੈਂਸ। ਹੁਣ ਕ੍ਰੈਡਿਟ ਬੈਲੈਂਸ ਦਾ ਮਤਲਬ ਕੀ ਹੁੰਦਾ ਵੀ ਜਿਹੜਾ ਅਸੀਂ ਕੈਪੀਟਲ ਅਕਾਊਂਟ ਬਣਾਵਾਂਗੇ ਉਹਦੇ ਟੂ ਸਾਈਡ ਜਿਹੜਾ ਬੈਲੈਂਸ ਕੈਰੀ ਡਾਊਨ ਦਿੱਤਾ ਹੁੰਦਾ, ਯਾਨੀ ਕਿ ਸਾਲ ਦੇ ਐਂਡ ਦਾ ਜਿਹੜਾ ਕੈਪੀਟਲ ਆ ਉਹ ਦਿੱਤੀ ਹੋਈ ਆ ਤੁਹਾਨੂੰ, ਕਿੰਨੀ ਦਿੱਤੀ ਆ 5 ਲੱਖ ਦਿੱਤੀ ਹੈ, ਇੱਕ ਕਿੰਨੀ ਦਿੱਤੀ ਹੈ 6 ਲੱਖ। ਆ ਦੇਖ ਵੀ ਦਿੱਤਾ ਡੇਟ 31 ਮਾਰਚ 2018। ਤਾਂ ਇਹ ਕਿਵੇਂ ਪਤਾ ਲੱਗਿਆ ਮੈਨੂੰ ਕਲੋਜ਼ਿੰਗ ਆ, ਕਿਉਂਕਿ ਵਿੱਚ ਡੇਟ ਦਿੱਤੀ ਹੋਊਗੀ ਵੀ ਜਿਹੜੀ 31 ਮਾਰਚ ਆ ਉਹ ਕੀ ਆ ਲਾਸਟ ਡੇਟ ਆ। ਤਾਂ ਇਹ ਸਾਲ ਦਾ ਐਂਡ ਦਾ ਸਾਨੂੰ ਪ੍ਰੋਫਿਟ ਕੈਪੀਟਲ ਦਿੱਤਾ ਹੋਇਆ। ਤੇ ਇਹਨਾਂ ਨੇ ਕੀ ਗੱਲ ਕਹਿਤੀ ਆਫਟਰ ਡੈਬਿਟਿੰਗ, ਯਾਨੀ ਕਿ ਤੁਸੀਂ ਕੀ ਆ ਜਿਹੜੀਆਂ ਡਰਾਇੰਗਸ ਸੀਗੀਆਂ ਡਰਾਇੰਗਸ ਦਿੱਤੀਆਂ ਨੇ ਡਿਊਰਿੰਗ ਦੀਆਂ ਡਰਾਇੰਗਸ ਜਿਹੜੀਆਂ ਨੇ ਦੇਖ ਵੀ ਸਕਦੇ ਹੋ ਤੁਸੀਂ ਅੱਤਾ ਡਰਾਇੰਗਸ ਵੀ ਜਿਹੜੀਆਂ ਡਰਾਇੰਗਸ ਸੀਗੀਆਂ 1.5 ਲੱਖ ਤੇ 1 ਲੱਖ ਰੁਪਈਆ ਤੁਸੀਂ ਘਟਾਤਾ, 1.5 ਲੱਖ ਦੇ ਵਿੱਚੋਂ ਘਟਾਇਆ ਹੋਣਾ ਤੁਸੀਂ 5 ਲੱਖ ਦੇ ਵਿੱਚੋਂ, ਤੇ 6 ਲੱਖ ਦੇ ਵਿੱਚੋਂ 1 ਲੱਖ ਰੁਪਈਆ ਘਟਾਇਆ ਹੋਣਾ। ਤਾਂ ਇਹ ਸਾਰਿਆਂ ਨੂੰ ਤੁਹਾਨੂੰ ਫੇਰ ਤੋਂ ਦੁਬਾਰਾ ਐਡ ਕਰਨੇ ਪੈਣਗੇ ਤਾਂ ਜੋ ਤੁਸੀਂ ਕਲੋਜ਼ਿੰਗ ਤੋਂ ਓਪਨਿੰਗ ਵੱਲ ਪਹੁੰਚ ਸਕੋ, ਯਾਨੀ ਆਪਣੀ ਕੈਪੀਟਲ ਕੱਢ ਸਕੋ। ਤਾਂ ਇਹਦੇ ਵਿੱਚ ਨੈਟ ਪ੍ਰੋਫਿਟ ਤੁਹਾਨੂੰ ਗਿਵਨ ਆ 31 ਮਾਰਚ ਦਾ ਕਿੰਨਾ ਵਾ 5 ਲੱਖ, ਪੂਰਾ 5 ਲੱਖ ਰੁਪਈਆ ਸਾਨੂੰ ਪ੍ਰੋਫਿਟ ਦਿੱਤਾ ਹੋਇਆ ਵਾ ਸਾਲ ਦਾ। ਤਾਂ ਹੁਣ ਸਾਨੂੰ ਹੋਰ ਕੀ ਦਿੱਤਾ ਇਹਨੇ ਨੈਕਸਟ ਇਨਫੋਰਮੇਸ਼ਨ ਵੀ ਤੁਸੀਂ ਇੰਟਰਸਟ ਔਨ ਕੈਪੀਟਲ ਚਾਰਜ ਕਰਨਾ 10%। 10% ਤੁਸੀਂ ਇਹਦੇ ਉੱਤੇ ਨਹੀਂ ਚਾਰਜ ਕਰ ਸਕਦੇ, ਇਹ ਕਲੋਜ਼ਿੰਗ ਕੈਪੀਟਲ ਹੁੰਦੀ ਆ। ਹਮੇਸ਼ਾ ਜਿਹੜਾ ਇੰਟਰਸਟ ਕੈਲਕੂਲੇਟ ਹੁੰਦਾ ਉਹ ਜਿਹੜਾ ਅਸੀਂ ਸ਼ੁਰੂ ਦੇ ਵਿੱਚ ਲਾਇਆ ਹੋ, ਯਾਨੀ ਕਿ ਸਟਾਰਟਿੰਗ ਵਾਲੀ ਜਿਹੜੀ ਕੈਪੀਟਲ ਉਹਦੇ ਉੱਤੇ ਕੈਲਕੂਲੇਟ ਹੁੰਦਾ, ਕਦੇ ਵੀ 5 ਲੱਖ ਤੇ ਨਹੀਂ ਲਾਉਣਾ। ਹੁਣ ਜਿਵੇਂ ਕਿ 1.5 ਲੱਖ ਰੁਪਈਆ ਇਹ ਤੋਂ ਘੱਟ ਸੀਗਾ, ਯਾਨੀ ਕਿ ਇਹ ਦੁਬਾਰਾ ਐਡ ਕਰ ਲਾਂਗੇ ਤਾਂ ਕਿੰਨੀ ਪ੍ਰੋਫਿਟ ਕਿੰਨਾ ਆ ਜੂਗੀ ਇਨਕਮ 6.5 ਲੱਖ। ਤਾਂ ਇਹਦਾ 10% ਕੱਢਣਾ ਵਾ, ਕਿੰਨਾ ਆਏਗਾ 65,000 ਆ ਜਾਏਗਾ, ਠੀਕ ਹੈ ਜੀ। ਇਸੇ ਤਰੀਕੇ ਨਾਲ ਜਿਹੜਾ 1 ਲੱਖ ਆ ਉਹ 6 ਦੇ ਵਿੱਚ ਐਡ ਹੋ ਜਾਏਗਾ, ਕਿੰਨਾ ਆ ਜਾਏਗਾ 7 ਲੱਖ। 7 ਲੱਖ ਦੇ ਉੱਤੇ ਤੁਸੀਂ 10% ਲਾਉਣਾ, ਕਿੰਨਾ ਆਏਗਾ 70,000 ਤੁਹਾਡਾ ਇੰਟਰਸਟ ਔਨ ਕੈਪੀਟਲ ਆ ਜਾਏਗਾ। ਹੁਣ ਇਹਦੀਆਂ ਜਰਨਲ ਐਂਟਰੀਆਂ ਦੇ ਬਾਰੇ ਅਸੀਂ ਡਿਸਕਸ ਬਾਅਦ ਚੋਂ ਕਰਦੇ ਹਾਂ, ਕਿਉਂਕਿ ਇਹ ਤੁਹਾਨੂੰ ਬੜੀ ਈਜ਼ੀ ਵੇ ਨਾਲ ਮੈਂ ਸਿਖਾਊਂਗਾ। ਦੇਖੋ ਹੁਣ ਪਹਿਲਾਂ ਇੰਟਰਸਟ ਔਨ ਆਸ਼ੀਸ਼ ਦਾ ਕਿੰਨਾ 65,000 ਅਸੀਂ ਕੱਢ ਲਿਆ ਸੀ ਵੀ 6.5 ਲੱਖ ਉਹਦੀ ਕੈਪੀਟਲ ਬਣੀ ਸੀ। ਫਿਰ ਇਸੇ ਤਰੀਕੇ ਨਾਲ ਆਕਾਸ਼ ਦੀ 7 ਲੱਖ ਕੱਢ ਲਈ, ਤੇ ਟੋਟਲ ਕਿੰਨਾ ਬਣਿਆ 1,35,000 ਟੋਟਲ ਇੰਟਰਸਟ ਬਣ ਗਿਆ। ਸਾਡਾ ਪ੍ਰੋਫਿਟ ਕਿੰਨਾ ਸੀ 5 ਲੱਖ, ਅਸੀਂ ਬਾਈ ਸਾਈਡ ਪਾ ਲਿਆ। ਹੁਣ ਅਸੀਂ 1,35,000 ਨੂੰ 5 ਲੱਖ ਦੇ ਵਿੱਚੋਂ ਘਟਾਇਆ ਤਾਂ ਦੇਖੋ ਕਿੰਨਾ ਆਏਗਾ, ਜੇਕਰ ਤੁਸੀਂ ਘਟਾਓਗੇ ਤਾਂ ਆਏਗਾ 3,65,000 ਇਹ ਆਏਗਾ। ਤਾਂ ਇਹਨੂੰ ਤੁਸੀਂ ਵੰਡਣਾ ਵਾ 3:2 ਦੇ ਵਿੱਚ, ਆਹ ਰੇਸ਼ੋ ਦੇ ਵਿੱਚ ਵੰਡਣਾ ਵਾ ਮੇਬੀ, ਹਾਂਜੀ ਇਹੀ ਰੇਸ਼ੋ ਆ। ਤਾਂ 3:2 ਦੀ ਰੇਸ਼ੋ ਦੇ ਵਿੱਚ ਵੰਡ ਕੇ ਤੁਸੀਂ ਮੈਨੂੰ ਦਿਖਾਉਣਾ ਵਾ। ਵੈਸੇ ਇੱਥੇ ਵੰਡਿਆ ਵੀ ਹੋਇਆ ਲਿਖਾਇਆ ਹੋਇਆ ਵਾ 2,90,000 ਤੇ 1,46,000 ਤੁਹਾਨੂੰ ਸ਼ੋਅ ਕੀਤਾ ਹੋਇਆ ਵਾ। ਹੁਣ ਦੇਖੋ ਐਂਟਰੀ ਕਿੱਦਾਂ ਪਾਈਏ, ਐਂਟਰੀ ਪਾਉਣੀ ਆ ਬਹੁਤ ਈਜ਼ੀ ਨੇ। ਹੁਣ ਦੇਖੋ ਪਹਿਲੀ ਹੈਗੀ ਅਸੀਂ ਇੰਟਰਸਟ ਔਨ ਕੈਪੀਟਲ ਦੀ ਐਂਟਰੀ ਪਾਉਂਦੇ ਆ। ਇਹ ਕਿੱਧਰਲੀ ਸਾਈਡ ਆ ਪ੍ਰੋਫਿਟ ਐਂਡ ਲਾਸ ਤੇ ਡੈਬਿਟ ਸਾਈਡ ਆ। ਤੇ ਜੇਕਰ ਡੈਬਿਟ ਸਾਈਡ ਹੋਵੇ ਤਾਂ ਇਹ ਗੱਲ ਯਾਦ ਰੱਖਣੀ ਆ ਵੀ ਜਿਹੜਾ ਪ੍ਰੋਫਿਟ ਐਂਡ ਲਾਸ ਆ ਉਹ ਤੁਸੀਂ ਹਮੇਸ਼ਾ ਡੈਬਿਟ ਕਰਨਾ ਵਾ। ਵੀ ਜੇਕਰ ਕੋਈ ਵੀ ਅਮਾਊਂਟ ਉਹਦੇ ਡੈਬਿਟ ਸਾਈਡ ਹੈਗੀ ਆ ਤਾਂ ਪ੍ਰੋਫਿਟ ਐਂਡ ਲਾਸ ਅਕਾਊਂਟ ਡੈਬਿਟ ਹੋਏਗਾ, ਤੇ ਜਿਹੜੀ ਵੀ ਅਮਾਊਂਟ ਉਹਦੇ ਕ੍ਰੈਡਿਟ ਸਾਈਡ ਆ ਤਾਂ ਉਹਦੇ ਵਿੱਚ ਪ੍ਰੋਫਿਟ ਐਂਡ ਲਾਸ ਕ੍ਰੈਡਿਟ ਹੋਏਗਾ, ਯਾਨੀ ਕਿ 2 ਲਿਖ ਕੇ ਆਏਗਾ।
ਹੁਣ ਦੇਖੋ ਫਸਟ ਐਂਟਰੀ ਦੇ ਵਿੱਚ ਇਹ ਡੈਬਿਟ ਆ ਤਾਂ ਇੱਥੇ ਲਿਖ ਲਿਆ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਡੈਬਿਟ। ਫਿਰ ਉਸ ਤੋਂ ਬਾਅਦ ਅਸੀਂ ਕੀ ਲਿਖਿਆ, ਇੰਟਰਸਟ ਔਨ ਕੈਪੀਟਲ ਦੇਣਾ ਸੀਗਾ ਤਾਂ ਉਹ ਲਿਖ ਲਿਆ ਆਕਾਸ਼ ਤੇ ਆਸ਼ੀਸ਼ ਦਾ ਉਸ ਤਰੀਕੇ ਨਾਲ, ਤੇ ਟੋਟਲ ਲਿਖ ਲਿਆ 1,35,000। ਹੁਣ ਨੈਕਸਟ ਦੇਖੋ ਵੀ ਜਿਹੜਾ ਸਾਡਾ ਪ੍ਰੋਫਿਟ ਹੋਇਆ ਉਹ ਵੀ ਡੈਬਿਟ ਸਾਈਡ ਆ, ਤਾਂ ਇਹ ਵੀ ਇਹਦੇ ਵਿੱਚ ਵੀ ਕੀ ਹੋਏਗਾ, ਪ੍ਰੋਫਿਟ ਐਂਡ ਲਾਸ ਅਕਾਊਂਟ ਡੈਬਿਟ ਹੋਏਗਾ। ਫਿਰ ਉਸ ਤੋਂ ਬਾਅਦ ਜਿਹੜੇ ਆਕਾਸ਼ ਤੇ ਆਸ਼ੀਸ਼ ਨੇ ਉਹਨਾਂ ਦੇ ਜਿਹੜਾ ਕੈਪੀਟਲ ਦੇ ਵਿੱਚ ਪੈਸਾ ਜਾਣਾ ਵਾ ਉਹ ਦੇਖ ਲਓ ਕਿੰਨਾ ਜਾਣਾ ਵਾ, ਜਿੰਨਾ ਅਸੀਂ ਇੱਥੇ ਪ੍ਰੋਫਿਟ ਸ਼ੇਅਰ ਕੀਤਾ ਜੀ ਉਹ ਲਿਖ ਲੈਣਾ ਤੇ ਟੋਟਲ ਉਹਦਾ ਉੱਪਰ ਲਿਖ ਲੈਣਾ। ਆਈ ਹੋਪ ਤੁਹਾਨੂੰ ਵੀ ਪਤਾ ਲੱਗ ਗਿਆ ਹੋਵੇਗਾ। ਅੱਗੇ ਦੇਖਦੇ ਹਾਂ, ਇਹਦਾ ਵਰਕਿੰਗ ਨੋਟ ਆ ਜਿਹੜਾ ਅਸੀਂ 5 ਲੱਖ ਤੁਹਾਨੂੰ ਦਿਖਾਇਆ ਸੀ ਵੀ 5 ਲੱਖ ਕਲੋਜ਼ਿੰਗ ਕੈਪੀਟਲ ਦਿੱਤੀ ਸੀ, ਦਿੱਤੀ ਹੈ ਕੈਪੀਟਲ ਐਟ ਦੀ ਐਂਡ, ਇਹਦਾ ਮਤਲਬ ਹੁੰਦਾ ਕਲੋਜ਼ਿੰਗ ਕੈਪੀਟਲ ਦੇਣਾ। ਫਿਰ ਡਰਾਇੰਗਸ ਅਸੀਂ ਉਹਦੇ ਵਿੱਚ ਲੈਸ ਕੀਤੀਆਂ ਹੋਣਗੀਆਂ ਤਾਂ ਐਡ ਕਰ ਲੈਣੀਆਂ, ਤਾਂ ਓਪਨਿੰਗ ਕੈਪੀਟਲ ਨਿਕਲ ਆਏਗੀ ਤਾਂ ਉਹਦਾ 10% ਕੱਢ ਲੈਣਾ। ਦੇਖੋ 65,000 ਆ ਗਿਆ ਤੇ ਦੂਸਰੇ ਦਾ ਇਸੇ ਤਰੀਕੇ ਨਾਲ 7 ਲੱਖ ਕੰਸੀਡਰ ਹੋ ਜਾਏਗਾ। ਨੈਕਸਟ ਹੈਗੀ ਆ ਥਰਡ ਪ੍ਰੋਬਲਮ ਆ, ਸੇਜਲ ਐਂਡ ਕਾਜਲ ਆਰ ਦੀ ਆ ਪਾਰਟਨਰ ਪ੍ਰੋਫਿਟ ਸ਼ੇਅਰਿੰਗ ਰੇਸ਼ੋ, ਤੇ ਇੱਕ ਸੇਜਲ ਤੇ ਕਾਜਲ ਆ ਦੋ ਜਣੀਆਂ ਨੇ ਤੇ ਉਹਨਾਂ ਦੀ ਜਿਹੜੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਆ 2:1। ਠੀਕ ਹੈ ਜੀ, ਤਾਂ ਹੁਣ ਉਹਦੇ ਵਿੱਚ ਦੇਖੋ 1 ਅਪ੍ਰੈਲ 2017 ਨੂੰ ਜਿਹੜੀ ਕੈਪੀਟਲ ਆ ਉਹ ਸੇਜਲ ਦੀ ਹੈਗੀ ਆ 50,000 ਤੇ ਕਾਜਲ ਦੀ ਹੈਗੀ ਆ 40,000। ਹੁਣ ਇਹਨੇ 1 ਅਪ੍ਰੈਲ ਯਾਨੀ ਕਿ ਸਟਾਰਟਿੰਗ ਦੇ ਵਿੱਚ ਹੀ ਦੇ ਦਿੱਤੀ, ਤਾਂ ਇਹਦੇ ਉੱਤੇ ਕੋਈ ਵੀ ਐਡ ਲੈਸ ਕਰਨ ਦੀ ਲੋੜ ਨਹੀਂ। ਨੈਕਸਟ ਹੈਗਾ ਵਾ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਬਣਾਉਣਾ ਤੁਸੀਂ, ਪਾਰਟਨਰਸ ਕੈਪੀਟਲ ਅਕਾਊਂਟ ਬਣਾਉਣਾ, ਐਟ ਦੀ ਐਂਡ ਆਫ ਦੀ ਅਕਾਊਂਟ ਕੰਸੀਡਰ ਦੇਅਰ ਫੋਲੋਇੰਗ ਆਈਟਮਸ। ਤੇ ਹੁਣ ਜਿਹੜਾ ਤੁਸੀਂ ਇਹ ਚੀਜ਼ਾਂ ਬਣਾਉਣੀਆਂ ਨੇ ਤਾਂ ਤੁਸੀਂ ਥੱਲੇ ਕੁਝ ਚੀਜ਼ਾਂ ਨੂੰ ਕੰਸੀਡਰ ਵੀ ਕਰਨਾ ਵਾ, ਕਿ ਪਹਿਲੀ ਹੈਗੀ ਇੰਟਰਸਟ ਔਨ ਕੈਪੀਟਲ ਜਿਹੜੀ ਆ 5%, ਯਾਨੀ ਕਿ 5% ਇਹਦੇ ਉੱਤੇ ਲੱਗ ਜਾਏਗਾ, 5% ਇਹਦੇ ਉੱਤੇ ਲੱਗੇਗਾ। ਜੇਕਰ ਮੈਂ 5% 50,000 ਦੇ ਉੱਤੇ ਲਾਉਂਗਾ ਤਾਂ ਕਿੰਨਾ ਆਏਗਾ 2,500 ਰੁਪਈਆ, ਤੇ ਦੂਸਰੇ ਦੇ ਉੱਤੇ ਲਾਉਂਗਾ ਤਾਂ ਕਿੰਨਾ ਆਏਗਾ 8,540, ਯਾਨੀ ਕਿ 0 8 5,25 ਹੋ ਗਿਆ, ਹਾਂ ਇਹਦਾ 2,500 ਆਏਗਾ ਤੇ ਉਹਦਾ 8,540 ਬੀ ਇਹਦਾ 2,000 ਆਏਗਾ, ਇਹਦਾ 2,000 ਉਹਦਾ 2,500 ਰੁਪਏ। ਨੈਕਸਟ ਹੈਗਾ ਵਾ ਇੰਟਰਸਟ ਔਨ ਲੋਨ, ਜਿਹੜੀ ਆ ਕਾਜਲ ਨੇ ਹੋਲ ਈਅਰ ਦੇ ਲਈ 30,000 ਦਾ ਜਿਹੜਾ ਲੋਨ ਸੀਗਾ ਉਹ ਦਿੱਤਾ ਸੀਗਾ ਫਰਮ ਨੂੰ। ਤਾਂ ਹੁਣ ਇੱਥੇ ਦੇਖੋ 30,000 ਦਾ ਉਹਨੇ ਲੋਨ ਦਿੱਤਾ ਫਰਮ ਨੂੰ, ਤਾਂ ਇੱਥੇ ਰੇਟ ਆਫ ਇੰਟਰਸਟ ਉਹਦਾ ਦਿੱਤਾ ਨਹੀਂ ਹੋਇਆ ਲੋਨ ਦਾ, ਤਾਂ ਇਹਦੀ ਪ੍ਰੋਵੀਜ਼ਨ ਬਣਾਈ ਸੀ ਵੀ ਜੇਕਰ ਪਾਰਟਨਰਸ਼ਿਪ ਡੀਡ ਸਾਈਲੈਂਟ ਆ ਤੇ ਤੁਸੀਂ ਕਿਸੇ ਵੀ ਪਾਰਟਨਰ ਨੇ ਲੋਨ ਦਿੱਤਾ ਫਰਮ ਨੂੰ ਤਾਂ ਉਹਦੇ ਉੱਤੇ ਜਿਹੜਾ ਇੰਟਰਸਟ ਮਿਲੇਗਾ ਉਹ 6% ਮਿਲੇਗਾ। ਇਹ ਤੁਹਾਨੂੰ ਫਸਟ ਜਿਹੜੀ ਵੀਡੀਓ ਸੀਗੀ ਮੈਂ ਉਹਦੇ ਵਿੱਚ ਇਹ ਥਿਊਰੀ ਦੇ ਵਿੱਚ ਐਕਸਪਲੇਨ ਕਰ ਦਿੱਤਾ ਸੀ ਵੀ ਜੇਕਰ ਪਾਰਟਨਰਸ਼ਿਪ ਡੀਡ ਨਹੀਂ ਹੁੰਦੀ ਤੇ ਲੋਨ ਦਿੱਤਾ ਜਾਂਦਾ ਤਾਂ ਕਿੰਨੇ % ਇੰਟਰਸਟ ਦੇਣਾ ਵਾ, ਚਾਹੇ ਉਹ ਗਿਵਨ ਹੋਵੇ ਚਾਹੇ ਨਾ ਹੋਵੇ 6% ਦਿੱਤਾ ਜਾਂਦਾ ਵਾ। ਨੈਕਸਟ ਹੈਗਾ ਇੰਟਰਸਟ ਔਨ ਡਰਾਇੰਗ, ਜਿਹੜੀ ਆ ਉਹ 6% ਚਾਰਜ ਹੋਣਗੀਆਂ। ਸੂਜ਼ਲ ਨੇ ਜਿਹੜੀ ਆ 1,000 ਡਰਾਇੰਗ ਕਢਾਈ ਆ ਤੇ ਜਿਹੜਾ ਕਾਜਲ ਆ ਉਹ 8,000 ਉਹਨੇ ਕੈਪੀਟਲ ਡਰਾਇੰਗਸ ਉਹ ਘਟਾਈਆਂ ਨੇ। ਨੈਕਸਟ ਹੈਗਾ ਵਾ ਵੀ 10% ਜਿਹੜਾ ਪ੍ਰੋਫਿਟ ਆ ਉਹ ਡਿਵੀਜ਼ੀਬਲ ਪ੍ਰੋਫਿਟ ਜਿਹੜਾ ਹੋਏਗਾ ਉਹ ਟ੍ਰਾਂਸਫਰ ਹੋ ਜਾਏਗਾ ਰਿਜ਼ਰਵ ਦੇ ਵਿੱਚ। ਡਿਵੀਜ਼ੀਬਲ ਪ੍ਰੋਫਿਟ ਦਾ ਮਤਲਬ ਕੀ ਆ ਵੀ ਜਦੋਂ ਅਸੀਂ ਇੰਟਰਸਟ ਔਨ ਡਰਾਇੰਗ ਵੀ ਪਾ ਲਾਂਗੇ, ਇੰਟਰਸਟ ਔਨ ਕੈਪੀਟਲ ਵੀ ਦੇ ਦਾਂਗੇ ਤੇ ਜਿਹੜਾ ਲੋਨ ਦੀ ਟ੍ਰੀਟਮੈਂਟ ਸਾਰੀਆਂ ਚੀਜ਼ਾਂ ਹੋ ਜਾਣਗੀਆਂ, ਫਿਰ ਉਸ ਤੋਂ ਬਾਅਦ ਜਿਹੜਾ ਪ੍ਰੋਫਿਟ ਬਚੇਗਾ ਉਹਦੇ ਉੱਤੇ ਅਸੀਂ 10% ਜਨਰਲ ਰਿਜ਼ਰਵ ਦੇ ਵਿੱਚ ਟ੍ਰਾਂਸਫਰ ਕਰਨਾ, ਜਾਣੀ ਕਿ ਉਹ ਕੀ ਆ ਡੈਬਿਟ ਸਾਈਡ ਸ਼ੋ ਹੋ ਜਾਏਗਾ। ਅਸੀਂ ਕੱਲ੍ਹ ਇਹਦੇ ਬਾਰੇ ਗੱਲ ਕੀਤੀ ਸੀ। ਨੈਕਸਟ ਹੈ ਇਹਦੇ ਵਿੱਚ ਪ੍ਰੋਫਿਟ ਸਾਡਾ ਕਿੰਨਾ ਆ 460 ਤੇ ਨੈਟ ਪ੍ਰੋਫਿਟ ਉਹਨਾਂ ਨੇ ਕਿਹਾ ਨੈਟ ਪ੍ਰੋਫਿਟ ਮੀਨਸ देयर ਪ੍ਰੋਫਿਟ ਡੈਬਿਟਿੰਗ ਟੂ ਦੀ ਇੰਟਰਸਟ ਆਫ ਲੋਨ, ਯਾਨੀ ਕਿ ਇੰਟਰਸਟ ਔਨ ਲੋਨ ਦੇਣ ਤੋਂ ਬਾਅਦ ਇਹ ਪ੍ਰੋਫਿਟ ਆ, ਯਾਨੀ ਕਿ ਅਸੀਂ ਜਿਹੜਾ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਆ ਉਹਦੇ ਵਿੱਚ ਅਸੀਂ ਇੰਨਾ ਹੀ ਪ੍ਰੋਫਿਟ ਪਾ ਲੈਣਾ ਵਾ। ਚਲੋ ਹੁਣ ਸਟਾਰਟ ਕਰਦੇ ਹਾਂ ਸੈਸ਼ਨ ਨੂੰ। ਦੇਖੋ ਇਹਦੇ ਵਿੱਚ ਜਿਹੜਾ ਪ੍ਰੋਫਿਟ ਐਂਡ ਲਾਸ ਅਕਾਊਂਟ ਆ ਉਹ ਬਣਾਉਣ ਦੀ ਲੋੜ ਨਹੀਂ, ਕਿਉਂਕਿ ਉਹਦੇ ਵਿੱਚ ਸਾਨੂੰ ਪ੍ਰੋਫਿਟ ਜਿਹੜਾ ਦਿੱਤਾ ਸੀ ਸਿੱਧਾ ਹੀ ਦਿੱਤਾ ਹੋਇਆ ਸੀ, ਤਾਂ ਤੁਸੀਂ ਸਿੱਧਾ ਇਹ ਕੰਸੀਡਰ ਕਰ ਲੈਣਾ ਇਹ ਆ ਗਿਆ। ਹੁਣ ਇੱਥੇ ਇੰਟਰਸਟ ਔਨ ਲੋਨ ਤੁਹਾਨੂੰ ਕੈਲਕੂਲੇਟ ਕਰਨ ਦੀ ਲੋੜ ਨਹੀਂ, ਠੀਕ ਹੈ। ਜੇਕਰ ਤੁਸੀਂ ਕੈਲਕੂਲੇਟ ਵੀ ਕਰਨਾ, ਦੇਖੋ ਤੁਹਾਡੇ ਕੋਲ ਕਿੰਨਾ ਦਿੱਤਾ ਹੋਇਆ ਸੀ 30,000 ਜਿਹੜੀ ਸੀ ਇੰਟਰਸਟ ਔਨ ਕੈਪੀਟਲ ਲੋਨ ਦਿੱਤਾ ਹੋਇਆ ਸੀ ਉਹਦੇ 6% ਲਾਓਗੇ ਤਾਂ 1,800 ਜਿਹੜਾ ਵਾ ਲੋਨ ਬਣਦਾ ਵਾ ਉਹ ਆ ਪਿਆ ਬਾਈ, ਠੀਕ ਹੈ। ਤਾਂ ਇਹ ਤੁਹਾਨੂੰ ਆਹ ਵਾਲਾ ਅਕਾਊਂਟ ਬਣਾਉਣ ਦੀ ਲੋੜ ਹੀ ਨਹੀਂ ਹੈਗੀ, ਠੀਕ ਹੈ। ਤਾਂ ਤੁਸੀਂ ਪ੍ਰੋਫਿਟ ਐਂਡ ਲਾਸ ਅਕਾਊਂਟ ਬਣਾਇਆ, ਉਹਦੇ ਵਿੱਚ ਨੈਟ ਪ੍ਰੋਫਿਟ ਇੰਨਾ ਲਿਖ ਲਿਆ। ਹੁਣ ਡਰਾਇੰਗ ਦੇਖੋ, ਹੁਣ ਡਰਾਇੰਗਸ ਜਿਹੜੀਆਂ ਨੇ ਉਹ 10,000 ਤੇ 8,000 ਦਿੱਤੀਆਂ ਹੋਈਆਂ ਨੇ, ਠੀਕ ਹੈ ਜੀ, ਪਰ ਐਨਮ ਦਾ ਰੇਟ ਆ। ਬਟ ਇਹਦੇ ਵਿੱਚ ਮੇਰੇ ਕੋਲ ਇੱਕ ਚੀਜ਼ ਮਿਸਿੰਗ ਹੋ ਗਈ, ਇਹਦੇ ਵਿੱਚ ਡੇਟ ਲਿਖਣੀ ਮੈਂ ਭੁੱਲ ਗਿਆ ਸੀਗਾ। ਇੱਥੇ ਕੀ ਆ 6 ਮੰਥ ਦਾ ਜਿਹੜਾ ਇੰਟਰਸਟ ਆ ਉਹ ਲਿਖਣਾ ਸੀਗਾ, ਕਿਉਂਕਿ ਮੈਂ ਇਹਦੇ ਵਿੱਚ ਡੇਟ ਲਿਖਣੀ ਭੁੱਲ ਗਿਆ। ਤਾਂ ਇਹ ਤੁਸੀਂ ਮਾਈਂਡ ਦੇ ਵਿੱਚ ਰੱਖਣਾ ਵਾ, ਤਾਂ ਇਹਦਾ 6% ਉਹਦਾ ਲਗਾ ਲੈਣਾ। ਦੇਖੋ ਜੇਕਰ ਮੈਂ 10,000 ਦਾ 10,000 ਦਾ 6% ਲਗਾਊਂਗਾ ਤਾਂ ਕਿੰਨਾ ਆਏਗਾ 600, ਤਾਂ 600 ਦਾ ਹਾਫ ਕਿੰਨਾ ਹੋਏਗਾ 300, ਉਹ ਲਿਖ ਲਿਆ ਜੀ। ਨੈਕਸਟ ਹੈ ਵੀ ਜਿਹੜਾ ਮੇਰਾ ਨੈਕਸਟ ਹੋਏਗਾ, ਨੈਕਸਟ ਹੈ ਵੀ ਦੇਖ ਲਓ 8,000 ਸੀਗਾ, 8,000 ਦੇ ਉੱਤੇ 6% 480 ਰੁਪਏ, 480 ਰੁਪਏ ਦਾ ਹਾਫ 6 ਮੰਥ ਕਿੰਨਾ ਹੋਏਗਾ 240, ਤਾਂ ਇਹ ਲਿਖ ਲੈਣਾ ਵਾ। ਤਾਂ ਹੁਣ ਇਹ ਪ੍ਰੋਫਿਟ ਦੇ ਵਿੱਚ ਐਡ ਕਰ ਲੈਣਾ ਵਾ 540 ਤੇ ਇਹਦਾ ਟੋਟਲ ਬਣ ਜਾਏਗਾ 69,000। ਹੁਣ ਦੇਖੋ ਇੰਟਰਸਟ ਔਨ ਕੈਪੀਟਲ
मैं लाया ਉਹਦੇ ਉੱਤੇ 25,000 ਦੇ ਉੱਤੇ 5%, 50,000 ਦੇ ਉੱਤੇ 5% ਲਾਇਆ ਤਾਂ ਕਿੰਨਾ ਆਇਆ 2500 ਆ ਗਿਆ। ਤਾਂ ਉਸੇ ਤਰੀਕੇ ਨਾਲ 40,000 ਦੇ ਲਾਇਆ 2000 ਆ ਗਿਆ, ਤਾਂ ਟੋਟਲ ਕਿੰਨਾ ਆਇਆ 4500 ਆ ਗਿਆ। ਤਾਂ ਹੁਣ ਆ ਰਿਜ਼ਰਵ ਦੀ ਅਮਾਊਂਟ ਕਿਵੇਂ ਕੈਲਕੂਲੇਟ ਹੋਏਗੀ, ਉਹਨਾਂ ਨੇ ਕਿਹਾ ਸੀ ਵੀ ਜਦੋਂ ਤੁਸੀਂ ਸਾਰਾ ਡਿਵਿਜ਼ੀਬਲ ਪ੍ਰੋਫਿਟ ਦੇ ਉੱਤੇ 10% ਲਾਉਣਾ ਵਾ। ਹੁਣ ਸਾਡਾ ਟੋਟਲ ਜਿਹੜਾ ਵਾ ਵੈਲਿਊ ਇਨਕਮ ਦੀ ਉਹ ਇੰਨੀ ਆ, ਤੇ ਮੈਂ ਉਹਦੇ ਵਿੱਚੋਂ ਲੈਸ ਕਰ ਦੂੰਗਾ ਮੇਰਾ ਜਿਹੜਾ ਕੈਪੀਟਲ, ਤਾਂ ਜੋ ਮੈਨੂੰ ਪਤਾ ਲੱਗੇ ਵੀ ਮੈਂ ਕਿੰਨਾ ਪ੍ਰੋਫਿਟ ਡਿਵਿਜ਼ੀਬਲ ਕਰਨਾ ਵਾ। 005 ਇੱਥੇ 8 ਇੱਥੇ 4 64,500 ਜਿਹੜਾ ਵਾ ਉਹ ਆਨਸਰ ਆ ਜਾਏਗਾ। ਤੁਸੀਂ ਇਹਨੂੰ ਕੈਲਕੂਲੇਟਰ ਦੇ ਵੀ ਕਰਕੇ ਦੇਖ ਸਕਦੇ ਹੋ, ਤਾਂ ਇੰਨਾ ਆ ਜਾਏਗਾ। ਤਾਂ ਇੰਨੇ ਦੇ ਉੱਤੇ ਡਿਵਿਜ਼ੀਬਲ ਪ੍ਰੋਫਿਟ ਆ, ਤਾਂ ਇਹਦੇ ਉੱਤੇ 10% ਲੱਗੇਗਾ ਤਾਂ ਜੋ ਰਿਜ਼ਰਵ ਦੇ ਵਿੱਚ ਟ੍ਰਾਂਸਫਰ ਹੋ ਸਕੇ। ਤੇ ਜੇਕਰ ਤੁਸੀਂ ਇਹਨੂੰ ਦੇਖੋਗੇ ਤਾਂ ਕਿੰਨਾ ਬਣੇਗਾ 6450 ਬਣੇਗਾ। ਉਹ ਅਮਾਊਂਟ ਟ੍ਰਾਂਸਫਰ ਕਰਨੀ ਆ, ਦੇਖੋ ਆ ਪੈ ਗਿਆ। ਠੀਕ ਹੈ, ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਹੁਣ ਇਹਨਾਂ ਦੋਹਾਂ ਨੂੰ ਪਲੱਸ ਕਰਕੇ 69,000 ਦੇ ਵਿੱਚੋਂ ਮਾਈਨਸ ਕਰ ਦੇਣਾ, ਤਾਂ 58,050 ਰੁਪੀਜ਼ ਤੁਹਾਡਾ ਜਿਹੜਾ ਪ੍ਰੋਫਿਟ ਆ ਉਹ ਆ ਜਾਏਗਾ। ਹੁਣ ਇਹਨੂੰ ਡਿਸਟਰੀਬਿਊਟ ਕੀਤਾ ਜਾਏਗਾ ਉਹਨਾਂ ਦੀ ਰੇਸ਼ੋ ਦੇ ਅਕੋਰਡਿੰਗ। ਰੇਸ਼ੋ ਦੇਖੋ ਕਿੰਨੀ ਆ 2:1, ਤਾਂ ਇੱਥੇ 2 ਤੇ 1 ਇਹਦੇ ਵਿੱਚ ਵੰਡ ਕੇ ਤੁਹਾਡਾ ਪ੍ਰੋਫਿਟ ਨਿਕਲ ਜਾਏਗਾ। ਨੈਕਸਟ ਹੈ ਸਾਡੇ ਕੋਲ ਅਸੀਂ ਕੈਪੀਟਲ ਅਕਾਊਂਟ ਬਣਾਉਣਾ ਵਾ। ਹੁਣ ਕੈਪੀਟਲ ਅਕਾਊਂਟ ਬਾਰੇ ਮੈਂ ਕੱਲ ਗੱਲ ਕੀਤੀ ਸੀ ਵੀ ਅਸੀਂ ਕੀ ਆ ਕ੍ਰਾਸ ਟ੍ਰੀਟਮੈਂਟ ਕਰਨੀ। ਹੁਣ ਦੇਖੋ ਕਿਵੇਂ ਹੋਏਗੀ। ਪਹਿਲਾਂ ਤਾਂ ਜਿਹੜਾ ਓਪਨਿੰਗ ਬੈਲੈਂਸ ਅਸੀਂ ਉਵੇਂ ਲਿਖ ਲੈਣਾ ਵੀ ਜਿਹੜਾ ਸ਼ੁਰੂ ਦੇ ਵਿੱਚ ਦਿੱਤਾ ਹੋਇਆ ਕਿੰਨਾ 50,000 ਤੇ 40,000 ਉਹਨਾਂ ਦੋਹਾਂ ਦੇ ਅਕਾਊਂਟ ਦੇ ਵਿੱਚ ਪਾ ਲੈਣਾ ਵਾ। ਨੈਕਸਟ ਦੇਖੋ ਇੰਟਰਸਟ ਔਨ ਕੈਪੀਟਲ। ਇੰਟਰਸਟ ਔਨ ਕੈਪੀਟਲ ਇੱਧਰ ਕਿੱਧਰ ਆ ਪ੍ਰੋਫਿਟ ਐਂਡ ਲਾਸ ਤੇ ਆ ਪਿਆ ਜੀ, ਤੇ ਸੇਜਲ ਤੇ ਕਾਜਲ ਦਾ ਅਲੱਗ-ਅਲੱਗ ਕੀਤਾ ਹੋਇਆ, ਤਾਂ ਇਹ ਕਿੱਧਰ ਹੋਏਗਾ, ਇਹ ਟੂ ਸਾਈਡ ਆ, ਤਾਂ ਇੱਧਰ ਕਿੱਧਰ ਆਏਗਾ ਕੈਪੀਟਲ ਦੇ ਵਿੱਚ ਬਾਈ ਸਾਈਡ, ਆ ਦੇਖੋ ਪੈ ਗਿਆ। ਠੀਕ ਹੈ ਜੀ, ਉਹਨਾਂ ਦੇ ਅਕਾਊਂਟ ਦੇ ਵਿੱਚ ਉਨੀ ਅਮਾਊਂਟ ਪਾ ਦੇਣੀ ਹੈ। ਨੈਕਸਟ ਦੇਖੋ ਸਾਡੇ ਕੋਲ ਨੈਕਸਟ ਹੈਗਾ ਸਾਡੇ ਕੋਲ ਪ੍ਰੋਫਿਟ ਐਂਡ ਲਾਸ, ਜਿਹੜਾ ਕਿ ਸੂਜਲ ਤੇ ਕਾਜਲ ਦੇ ਇਹ ਟੂ ਸਾਈਡ ਆ, ਤਾਂ ਇੱਧਰ ਆ ਜਾਏਗਾ ਬਾਈ ਸਾਈਡ, ਆ ਦੇਖੋ ਹੀ ਪੈ ਗਿਆ। ਠੀਕ ਹੈ, ਤਾਂ ਹੁਣ ਇੱਕ ਹੋਰ ਦੇਖੋ, ਹੁਣ ਜਿਵੇਂ ਇੰਟਰਸਟ ਔਨ ਡਰਾਇੰਗਸ ਆ ਉਹ ਇੱਧਰਲੀ ਸਾਈਡ ਆ, ਤਾਂ ਉਹ ਟੂ ਸਾਈਡ ਚਲਾ ਜਾਏਗਾ ਕੈਪੀਟਲ ਅਕਾਊਂਟ ਦੇ ਵਿੱਚ, ਆ ਦੇਖੋ ਪਿਆ ਜੀ। ਤੇ ਡਰਾਇੰਗਸ ਜਿਹੜੀਆਂ ਨੇ ਉਹ ਸ਼ੋਅ ਕਰ ਦੇਣੀਆਂ 10,000 ਤੇ 8,000। ਇਹਨਾਂ ਦਾ ਟੋਟਲ ਕਰ ਲੈਣਾ, ਇਹਦਾ 91,200 ਆਏਗਾ, ਉਹਦੇ ਵਿੱਚੋਂ 10,000 ਲੈਸ ਕਰਾਂਗੇ, 81,200 ਆਏਗਾ, ਉਹਦੇ ਵਿੱਚੋਂ ਫਿਰ 300 ਮਾਈਨਸ ਕਰ ਦੋਗੇ ਤਾਂ 89,000 ਆਨਸਰ ਆ ਜਾਏਗਾ ਕੈਰੀ ਡਾਊਨ ਪਹਿਲੇ ਦਾ, ਯਾਨੀ ਕਿ ਸੇਜਲ ਦਾ। ਫਿਰ ਇਸੇ ਤਰੀਕੇ ਨਾਲ ਕਾਜਲ ਦਾ ਕੱਢ ਲੈਣਾ ਵਾ, ਤਾਂ ਉਹਦਾ 53,110 ਆਨਸਰ ਆ ਜਾਏਗਾ। ਆ ਸਾਰੀ ਕੈਲਕੂਲੇਸ਼ਨਾਂ ਕਰਕੇ ਦਿਖਾਈਆਂ ਗਈਆਂ ਨੇ ਵੀ ਕਿਸ ਤਰੀਕੇ ਨਾਲ ਸਾਰੀਆਂ ਕੈਲਕੂਲੇਸ਼ਨਾਂ ਕਰਨੀਆਂ ਨੇ। ਮੈਂ ਇਹਦੇ ਬਾਰੇ ਤੁਹਾਨੂੰ ਦੱਸ ਚੁੱਕਿਆ ਸੀ। ਆ ਦੇਖੋ ਮੇਰੇ ਤੋਂ ਗਲਤੀ ਹੋ ਗਈ ਸੀ, ਇੱਥੇ 6 ਮੰਥ ਦਾ ਲਏਗਾ ਕਿਉਂਕਿ ਹਾਫ ਈਅਰ ਉਹਦੇ ਵਿੱਚ ਮੈਂ ਡੇਟ ਲਿਖਣੀ ਭੁੱਲ ਗਿਆ ਸੀ। ਨੈਕਸਟ ਹੈਗੀ ਅਮਾਊਂਟ ਕਿਵੇਂ ਟ੍ਰਾਂਸਫਰ ਕਰਨੀ ਹੈ, ਮੈਂ ਤੁਹਾਨੂੰ ਦੱਸ ਹੀ ਚੁੱਕਿਆ ਸੀਗਾ ਵੀ ਇੰਨਾ ਪ੍ਰੋਫਿਟ ਆਏਗਾ, ਉਹਦੇ ਵਿੱਚ 40,100 ਮਾਈਨਸ ਕਰਕੇ 64,500 ਆਏਗਾ, ਉਹਦਾ ਫਿਰ 10% ਲਾਸਟ ਦੇ ਵਿੱਚ ਕੱਢ ਲੈਣਾ। ਆ ਪ੍ਰੋਫਿਟ ਡਿਸਟਰੀਬਿਊਟ ਕੀਤਾ ਹੋਇਆ, ਅਸੀਂ ਇਹ ਵੀ ਆਪਣੇ ਅਕੋਰਡਿੰਗ ਕਰ ਸਕਦੇ ਹਾਂ। ਨੈਕਸਟ ਕੁਐਸਚਨ ਹੈਗਾ ਵਾ ਅਨੀਤਾ, ਬਿਮਲਾ, ਚੈਰੀ ਆਰ ਦੀ 3 ਪਾਰਟਨਰ। ਹੁਣ 3 ਪਾਰਟਨਰ ਵਾਲਿਆਂ ਦੀ ਗੱਲ ਆ ਚੁੱਕੀ ਆ, ਤੇ ਉਹਨਾਂ ਦੀ ਕੈਪੀਟਲ ਜਿਹੜੀਆਂ ਅਨੀਤਾ ਜਿਹੜੀ ਆ ਉਹ 1 ਲੱਖ ਲੈ ਕੇ ਆ ਰਹੀ ਆ, ਬਿਮਲਾ ਜਿਹੜੀ ਆ 2 ਲੱਖ ਲੈ ਕੇ ਆ ਰਹੀ ਆ, ਚੈਰੀ ਜਿਹੜੀ ਆ ਉਹ 3 ਲੱਖ ਰੁਪਈਆ ਲੈ ਕੇ ਆ ਰਹੀ ਆ ਐਜ਼ ਏ ਕੈਪੀਟਲ। ਕਦੋਂ ਲੈ ਕੇ ਆ ਰਹੀ ਆ 1 ਅਪ੍ਰੈਲ 2017, ਜਾਣੀ ਕਿ ਕੀ ਆ ਸਟਾਰਟਿੰਗ ਦੇ ਵਿੱਚ ਦਿੱਤੀ ਹੋਈ ਕੈਪੀਟਲ ਆ। ਨੈਕਸਟ ਹੈਗਾ ਇਟ ਵਾਸ ਟੂ ਦੀਅਰ ਡਿਸਾਈਡ ਦੇ ਵੁੱਡ ਬੀ ਆ ਰਿਸੀਵ ਟੂ ਦੀਅਰ ਕੈਪੀਟਲ ਆਫ ਦੀਅਰ 5%। ਹੁਣ ਜਿਹੜਾ ਇੰਟਰਸਟ ਔਨ ਕੈਪੀਟਲ ਆ ਉਹ ਕਿੰਨਾ ਵਾ 5% ਮਿਲੇਗਾ। ਅਨੀਤਾ ਵੁੱਡ ਬੀ ਆ ਸੈਲਰੀ ਆਫ 5,000 ਪਰ ਮੰਥ। ਵੀ ਹੁਣ ਅਨੀਤਾ ਜਿਹੜੀ ਆ 5,000 ਸੈਲਰੀ ਲੈ ਲਈ ਹੈ ਪਰ ਮੰਥ, ਯਾਨੀ ਕਿ 12 ਮਹੀਨੇ ਦਾ ਕਿੰਨੇ ਬਣੇਗਾ 60,000। ਨੈਕਸਟ ਹੈਗਾ ਵਾ ਬਿਮਲਾ ਵੁੱਡ ਬੀ ਆ ਰਿਸੀਵ ਦੀਅਰ ਕਮਿਸ਼ਨ 5% ਆਫ ਦੀਅਰ ਨੈਟ ਪ੍ਰੋਫਿਟ ਆਫਟਰ ਡਿਡਕਟਿੰਗ ਦੀਅਰ ਕਮਿਸ਼ਨ। ਆਪਣਾ ਕਮਿਸ਼ਨ ਦੇਣ ਤੋਂ ਬਾਅਦ ਉਹਨੂੰ 5% ਪ੍ਰੋਫਿਟ ਮਿਲੂਗਾ ਕਮਿਸ਼ਨ ਦੇ ਵਿੱਚੋਂ। ਨੈਕਸਟ ਹੈਗਾ ਵਾ 10% ਜਿਹੜਾ ਵਾ ਨੈਟ ਪ੍ਰੋਫਿਟ ਉਹ ਡਿਵਿਜ਼ੀਬਲ ਪ੍ਰੋਫਿਟ ਹੋਏਗਾ, ਉਹ ਟ੍ਰਾਂਸਫਰ ਹੋ ਜਾਏਗਾ ਕਿਹਦੇ ਵਿੱਚ ਜਨਰਲ ਰਿਜ਼ਰਵ ਦੇ ਵਿੱਚ, ਜਿਹੜਾ ਅਸੀਂ ਪ੍ਰੀਵੀਅਸ ਕੁਐਸਚਨ ਦੇ ਵਿੱਚ ਕੀਤਾ ਵਾ। ਨੈਕਸਟ ਹੈਗਾ ਅਬਵ ਆਈਟਮ ਆਫ ਟੂ ਦੀਅਰ ਟੇਕਨ ਇਨਟੂ ਦੀ ਅਕਾਊਂਟ ਆਫ ਪ੍ਰੋਫਿਟ ਈਅਰਸ 31 ਮਾਰਚ 2018, ਉਹਦਾ ਪ੍ਰੋਫਿਟ ਹੈਗਾ 5 ਲੱਖ। ਤਾਂ ਤੁਸੀਂ ਕੀ ਬਣਾਉਣਾ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਬਣਾਉਣਾ ਤੇ ਕੈਪੀਟਲ ਅਕਾਊਂਟ ਸ਼ੋ ਕਰਨਾ ਵਾ। ਇੱਥੇ ਸਾਨੂੰ ਕੈਪੀਟਲ ਦਿੱਤੀ ਜਾਂ ਇੰਟਰਸਟ ਔਨ ਕੈਪੀਟਲ ਦਿੱਤਾ, ਇੱਕ ਦੀ ਸੈਲਰੀ ਦਿੱਤੀ ਜਾਂ 5% ਕਮਿਸ਼ਨ ਦਿੱਤਾ ਹੋਇਆ ਵਾ। ਬਿਮਲਾ ਦਾ 5% ਪ੍ਰੋਫਿਟ ਦੇ ਉੱਤੇ ਦੇਣਾ ਵਾ ਜਦੋਂ ਕਮਿਸ਼ਨ ਦੇ ਦਿੱਤਾ ਹੋਊਗਾ, ਤੇ 10% ਜਿਹੜਾ ਵਾ ਉਹ ਅਸੀਂ ਜਨਰਲ ਰਿਜ਼ਰਵ ਦੇ ਵਿੱਚ ਟ੍ਰਾਂਸਫਰ ਕਰਨਾ ਵਾ। ਹੁਣ ਦੇਖਦੇ ਹਾਂ ਇਹਨੂੰ ਕਿਸ ਤਰੀਕੇ ਨਾਲ ਸੋਲਵ ਕੀਤਾ। ਦੇਖੋ 5% ਅਸੀਂ ਜਿਹੜਾ ਵਾ ਇੰਟਰਸਟ ਔਨ ਕੈਪੀਟਲ ਦੇ ਰਹੇ ਹਾਂ। ਦੇਖੋ ਹੁਣ 5% ਜੇਕਰ ਮੈਂ 2 ਲੱਖ ਦੇ ਉੱਤੇ ਦਊਂਗਾ ਕਿੰਨਾ ਆਏਗਾ 5, ਇੱਕ ਮਿੰਟ, ਅਨੀਤਾ ਦਾ 5% ਦਿੱਤਾ ਤਾਂ ਕਿੰਨਾ ਆਏਗਾ 5,000। ਤੇ ਨੈਕਸਟ ਹੈਗਾ ਵਾ ਬਿਮਲਾ ਦਾ 2 ਲੱਖ ਦੇ ਉੱਤੇ 5% ਦਿੱਤਾ ਤਾਂ ਕਿੰਨਾ ਆਏਗਾ 10,000। ਤੇ ਨੈਕਸਟ ਹੈਗਾ ਵਾ ਤੇ ਚੈਰੀ ਨੂੰ 5% ਦਿੱਤਾ ਤਾਂ ਕਿੰਨਾ ਆਏਗਾ 15,000। ਤੇ ਇਹਦਾ ਟੋਟਲ ਕਰ ਲਓ ਕਿੰਨਾ ਆ ਗਿਆ 30,000। ਤੇ ਨੈਟ ਪ੍ਰੋਫਿਟ ਸਾਡੇ ਕੋਲ 5 ਲੱਖ ਗਿਵਨ ਆ। ਠੀਕ ਹੈ ਜੀ, ਸੈਲਰੀ ਜਿਹੜੀ ਸੀ ਉਹਨੂੰ ਅਨੀਤਾ ਨੂੰ ਮਿਲ ਰਹੀ ਸੀ 5,000, 12 ਮੰਥ ਦੀ ਕਿੰਨੀ ਬਣੇਗੀ 60,000। ਹੁਣ ਅਸੀਂ ਕਮਿਸ਼ਨ ਕੈਲਕੂਲੇਟ ਕਰਨਾ, ਤਾਂ ਕਮਿਸ਼ਨ ਕਿੱਦਾਂ ਕੈਲਕੂਲੇਟ ਹੋਏਗਾ, ਜਿੰਨਾ ਤੁਹਾਨੂੰ ਪ੍ਰੋਫਿਟ ਗਿਵਨ ਆ
ਉਹਦੇ ਵਿੱਚੋਂ ਤੁਸੀਂ ਲੈਸ ਕਰ ਦੇਣਾ ਵਾ 90,000, ਕਿੰਨਾ ਬਣਿਆ 4,10,000। ਇਸੇ ਦਿੱਤਾ ਵੀ ਹੋਏਗਾ ਤੁਹਾਨੂੰ, ਵਰਕਿੰਗ ਨੋਟ ਦੇ ਵਿੱਚ ਦਿਖਾ ਦਿੰਦਾ ਵਾ ਤਾਂ ਜੋ ਤੁਹਾਨੂੰ ਸਮਝ ਆ ਜਾਵੇ। ਆ ਦੇਖੋ, ਉਹ ਸੌਰੀ ਉਹਨਾਂ ਨੇ ਕਿਹਾ ਵੀ ਕਮਿਸ਼ਨ ਦੇਣਾ ਵਿਮਲਾ ਨੂੰ ਨੈਟ ਪ੍ਰੋਫਿਟ ਦੇ ਉੱਤੇ, ਤਾਂ ਨੈਟ ਪ੍ਰੋਫਿਟ ਦੇ ਉੱਤੇ ਉਹਨੇ ਕਿਹਾ ਆਫਟਰ ਕਮਿਸ਼ਨ। ਜੇਕਰ ਇੱਕ ਗੱਲ ਯਾਦ ਰੱਖਣੀ, ਜੇਕਰ ਤੁਹਾਨੂੰ ਆਫਟਰ ਕਮਿਸ਼ਨ ਦਿੱਤਾ ਹੋਇਆ ਤਾਂ ਇਹਦਾ ਇੱਕ ਫਾਰਮੂਲਾ ਆਹ ਵਾਲਾ ਤੁਸੀਂ ਯਾਦ ਰੱਖਣਾ, ਬਿਫੋਰ ਕਮਿਸ਼ਨ ਆ ਤਾਂ ਉਹ ਸਿੱਧਾ 100 ਹੀ ਆ ਜਾਏਗਾ, ਬਟ ਜੇਕਰ ਤੁਹਾਨੂੰ ਦਿੱਤਾ ਹੋਇਆ ਆਫਟਰ ਕਮਿਸ਼ਨ ਵਰਡ ਦਿੱਤਾ ਹੋਇਆ ਤਾਂ ਅਸੀਂ ਕਰਨਾ ਜਿੰਨਾ ਨੈਟ ਪ੍ਰੋਫਿਟ ਹੈਗਾ ਵਾ 5 ਲੱਖ, ਉਹਦੇ ਉੱਤੇ 5% ਡਿਵਾਈਡ ਬਾय 105, ਯਾਨੀ ਕਿ 100 + 5%। ਇਹ ਕਦੋਂ ਯੂਜ਼ ਕੀਤਾ ਜਾਏਗਾ? ਇਹ ਉਦੋਂ ਯੂਜ਼ ਕੀਤਾ ਜਾਏਗਾ ਜਦੋਂ ਨੈਟ ਪ੍ਰੋਫਿਟ ਆਫਟਰ ਕਮਿਸ਼ਨ ਦਿੱਤਾ ਹੋਊਗਾ। ਇਹ ਤੁਸੀਂ ਆਪਣੇ ਮਾਈਂਡ ਦੇ ਵਿੱਚ ਬਿਠਾ ਕੇ ਰੱਖਣਾ ਹੈ, ਇੰਪੋਰਟੈਂਟ ਪੁਆਇੰਟ ਆ, ਤੇ ਅੱਗੇ ਜਾ ਕੇ ਤੁਹਾਨੂੰ ਕਨਫਿਊਜ਼ ਵੀ ਕਰੇਗਾ। ਬਟ ਇੱਕ ਗੱਲ ਯਾਦ ਰੱਖਣੀ ਹੈ ਵੀ ਆਫਟਰ ਕਮਿਸ਼ਨ ਦਿੱਤਾ ਹੈ ਤਾਂ 100 + ਜਿੰਨਾ ਪ੍ਰੋਫਿਟ ਪਰਸੈਂਟ, ਜਿੰਨਾ ਉਹਦਾ ਕਮਿਸ਼ਨ ਦਾ ਪਰਸੈਂਟੇਜ ਉਹ ਐਡ ਕਰ ਲੈਣਾ। ਇਹਦੀ ਕੈਲਕੂਲੇਸ਼ਨ ਕਰੋਗੇ ਤਾਂ 23,810 ਰੁਪੀਜ਼ ਜਿਹੜੇ ਨੇ ਉਹ ਪੈ ਜਾਣਗੇ। ਠੀਕ ਹੈ ਜੀ, ਇੱਥੇ ਦਿੱਤਾ ਹੋਏਗਾ, ਆ ਦੇਖੋ ਆ ਪੈ ਚੁੱਕੇ ਨੇ। ਤਾਂ ਹੁਣ ਤੁਸੀਂ ਜਨਰਲ ਰਿਜ਼ਰਵ ਦੇਣੇ ਆ। ਜਨਰਲ ਰਿਜ਼ਰਵ ਕੀ ਹੋਏਗਾ? ਜਿੰਨਾ ਵੀ ਤੁਸੀਂ ਆ 60,000 90,000 ਆ ਬਣਿਆ ਤੇ 23,000 ਆ ਐਡ ਕਰ ਲੈਣਾ ਵਾ, ਤਾਂ ਕਿੰਨਾ ਆਏਗਾ 1,13,810 ਰੁਪਏ। ਤਾਂ ਉਹ ਕਿਹਦੇ ਵਿੱਚੋਂ ਮਾਈਨਸ ਕਰਾਂਗੇ ਅਸੀਂ? ਉਹ ਅਸੀਂ ਮਾਈਨਸ ਕਰ ਦਾਂਗੇ, ਆ ਦੇਖੋ ਆ ਪੂਰਾ, ਇਹਦੇ ਵਿੱਚੋਂ ਮਾਈਨਸ ਕਰਕੇ ਸਾਡਾ ਬਚੇਗਾ 2,86,000 ਜਿਹੜਾ ਡਿਵੀਜ਼ੀਬਲ ਪ੍ਰੋਫਿਟ ਹੋਏਗਾ। ਤੇ ਫਿਰ ਉਹਨੂੰ ਅਸੀਂ ਡਿਵੀਜ਼ੀਬਲ ਪ੍ਰੋਫਿਟ ਨੂੰ ਅਸੀਂ ਕੀ ਕਰਾਂਗੇ? ਮਲਟੀਪਲਾਈ ਕਰਾਂਗੇ ਕਿੰਨੇ ਦੇ ਨਾਲ? 10 ਦੇ ਨਾਲ, ਤਾਂ ਜੋ ਕੀ ਆ ਸਾਨੂੰ ਪਤਾ ਲੱਗ ਸਕੇ ਵੀ ਸਾਡਾ ਕਮਿਸ਼ਨ ਕਿੰਨਾ ਬਣੇਗਾ। ਜਿੰਨਾ ਆਇਆ ਉਹਨੂੰ 10 ਦੇ ਨਾਲ ਮਲਟੀਪਲਾਈ ਡਿਵਾਈਡ ਬਾय 100 ਕਰ ਲੈਣਾ, ਤੇ ਉਹ ਆ ਗਿਆ ਤੁਹਾਡਾ ਕਮਿਸ਼ਨ। ਤਾਂ ਉਹ ਕਮਿਸ਼ਨ ਅਸੀਂ ਸ਼ੋ ਕਰ ਲੈਣਾ, ਆ ਦੇਖੋ ਸੌਰੀ ਜਨਰਲ ਰਿਜ਼ਰਵ ਆ ਸ਼ੋ ਕਰ ਲੈਣਾ। ਇਹਨੂੰ ਕੀ ਕਰ ਦੇਣਾ, ਫਿਰ ਇਹਨੂੰ ਮਾਈਨਸ ਕਰ ਦੇਣਾ 5 ਲੱਖ ਦੇ ਵਿੱਚੋਂ ਆ ਸਾਰੀਆਂ ਅਮਾਊਂਟਾਂ, ਤਾਂ ਤੁਹਾਡਾ ਟੋਟਲ ਪ੍ਰੋਫਿਟ ਇੰਨਾ ਆ ਜਾਏਗਾ। ਫਿਰ ਉਹਦੀ ਰੇਸ਼ੋ ਕਿੰਨੀ ਆ ਦਿੱਤੀ ਹੋਏਗੀ, ਤੁਹਾਨੂੰ ਕੋਈ ਰੇਸ਼ੋ ਨਹੀਂ ਗਿਵਨ ਹੈਗੀ। ਤਾਂ ਇੱਥੇ ਮੈਂ ਜਿਹੜਾ ਫਸਟ ਪਾਰਟ ਦੇ ਵਿੱਚ ਇੱਕ ਪ੍ਰੋਵੀਜ਼ਨ ਕਰਾਈ ਸੀ ਵੀ ਜੇਕਰ ਪ੍ਰੋਫਿਟ ਕੋਈ ਵੀ ਗਿਵਨ ਨਾ ਹੋਵੇ ਕਿੰਨੇ ਵੰਡਿਆ ਜਾਵੇ, ਤਾਂ ਉਹਨੂੰ ਕਿਵੇਂ ਵੰਡਣਾ ਵਾ? ਇਕੁਅਲੀ ਵੰਡਿਆ ਜਾਏਗਾ ਪ੍ਰੋਫਿਟ। ਤਾਂ ਅਸੀਂ ਇਹਨੂੰ ਇਕੁਅਲੀ ਵੰਡ ਲੈਣਾ। 3 ਪਾਰਟਨਰ ਦਾ ਕਿੰਨਾ ਆਏਗਾ? 1/3 1/3 1/3 1/3। ਔਰ ਦੇਖੋ 3,47,571। ਇਹਨੂੰ ਡਿਵਾਈਡ ਕਰ ਲਓ 3 ਦੇ ਨਾਲ, 3 1 3 3 1 3, ਇੱਕ ਇੱਧਰ ਗਿਆ 5 15 2 ਗਿਆ 84, ਇੱਥੇ ਆ ਗਿਆ 15 ਤੇ ਫਿਰ 2 7, ਤਾਂ 1,15,857 ਜਿਹੜਾ ਆਏਗਾ ਉਹ ਹਰੇਕ ਦਾ ਪ੍ਰੋਫਿਟ ਆ ਜਾਏਗਾ, ਕਿਉਂਕਿ ਇਕੁਅਲ ਆ ਤਾਂ ਸਾਰਿਆਂ ਨੂੰ ਪ੍ਰੋਫਿਟ ਉਨਾ ਹੀ ਸ਼ੇਅਰ ਹੋ ਜਾਏਗਾ। ਠੀਕ ਹੈ ਜੀ, ਇਹ ਤੁਹਾਡਾ ਪ੍ਰੋਫਿਟ ਵੰਡਿਆ ਗਿਆ। ਨੈਕਸਟ ਹੁਣ ਦੇਖੋ ਵੀ ਅਸੀਂ ਕੈਪੀਟਲ ਅਕਾਊਂਟ ਕਿਵੇਂ ਬਣਾਵਾਂਗੇ। ਉਸੇ ਤਰੀਕੇ ਨਾਲ ਜਿਹੜੀ ਬੈਲੈਂਸ ਡਰਾਅਡਾਊਨ ਆ, ਓਪਨਿੰਗ ਬੈਲੈਂਸ ਦਿੱਤਾ ਹੋਇਆ ਸੀ ਸਾਰਿਆਂ ਦੇ ਉਵੇਂ ਅਕਾਊਂਟ ਦੇ ਵਿੱਚ ਪਾ ਲੈਣਾ ਵਾ। ਨੈਕਸਟ ਹੈਗਾ ਵਾ ਇੰਟਰਸਟ ਔਨ ਕੈਪੀਟਲ ਦਿੱਤਾ ਹੈ 2 ਸਾਈਡ ਆ, ਤਾਂ ਇੱਧਰ ਆ ਕੇ ਕਿੱਧਰ ਪਏਗਾ? ਬਾਈ ਸਾਈਡ ਆ ਪੈ ਗਿਆ ਸਾਰਿਆਂ ਦਾ। ਫਿਰ ਉਦੋਂ ਬਾਅਦ ਦੇਖੋ ਸੈਲਰੀ ਦਿੱਤੀ ਹੈ, ਸੈਲਰੀ ਕਿਹਨੂੰ ਦਿੱਤੀ ਹੈ? ਅਨੀਤਾ ਨੂੰ ਦਿੱਤੀ ਹੋਈ ਹੈ, ਤਾਂ ਅਸੀਂ ਸਿਰਫ ਅਨੀਤਾ ਦੇ ਅਕਾਊਂਟ ਦੇ ਵਿੱਚ ਇਹ ਅਮਾਊਂਟ ਕ੍ਰੈਡਿਟ ਹੋਏਗੀ, ਬਾਕੀ ਕਿਸੇ ਦੀ ਨਹੀਂ ਹੋਏਗੀ। ਆ ਦੇਖੋ ਅਨੀਤਾ ਸਟਾਰਟਿੰਗ ਦੇ ਵਿੱਚ ਹੀ ਆ, ਤਾਂ ਉਹਦੇ ਵਿੱਚ 60,000 ਜਿਹੜੀ ਉਹਦੀ ਬਣਦੀ ਆ ਸੈਲਰੀ ਉਹ ਉਹਨੂੰ ਦੇ ਦਿੱਤੀ ਗਈ। ਨੈਕਸਟ ਹੈਗਾ ਕਮਿਸ਼ਨ। ਕਮਿਸ਼ਨ ਕਿਹਨੂੰ ਮਿਲ ਰਿਹਾ? ਬਿਮਲਾ ਨੂੰ, ਤਾਂ ਬਿਮਲਾ ਦੇ ਅਕਾਊਂਟ ਦੇ ਵਿੱਚ 23,810 ਰੁਪਏ ਪਾ ਲੈਣੇ। ਨੈਕਸਟ ਸਾਡੇ ਕੋਲ ਹੈਗਾ ਪ੍ਰੋਫਿਟ ਐਂਡ ਲਾਸ ਦਾ ਬੈਲੈਂਸ, ਉਹ ਵੀ ਇੱਧਰ ਆ ਜਾਏਗਾ। ਜਨਰਲ ਰਿਜ਼ਰਵ ਨਹੀਂ ਪਾ ਸਕਦੇ ਕਿਉਂਕਿ ਉਹ ਕਿਸੇ ਕੋਲ ਵੀ ਨਹੀਂ ਗਿਆ, ਉਹ ਫਰਮ ਨੇ ਆਪਣੇ ਕੋਲ ਰੱਖ ਲਿਆ, ਤਾਂ ਇਹ ਉਹਦੇ ਵਿੱਚ ਨਹੀਂ ਪਏਗਾ, ਪਰ ਪ੍ਰੋਫਿਟ ਦੇ ਵਿੱਚੋਂ ਡਿਡਕਟ ਹੋ ਜਾਂਦਾ ਹੈ। ਅਸੀਂ ਕਰ ਚੁੱਕੇ ਹਾਂ, ਤਾਂ ਇਹਦਾ ਕਰ ਲੈਣਾ ਵਾ, ਇਹਨਾਂ ਦਾ ਟੋਟਲ ਕਰ ਲੈਣਾ। ਇੱਧਰ ਕੋਈ ਕਟਿੰਗ ਵਾਲਾ ਹੈ ਨਹੀਂ, ਕੋਈ ਡਰਾਇੰਗ ਨਹੀਂ ਦਿੱਤੀ ਹੋਈ, ਤਾਂ ਇੱਧਰ ਕੁਝ ਵੀ ਨਹੀਂ ਆਏਗਾ। ਤਾਂ ਜਿੰਨਾ ਬੈਲੈਂਸ ਇੱਥੇ ਆਏਗਾ ਉਹੀ ਇੱਧਰ ਆ ਕੇ ਬੈਲੈਂਸ ਕੈਰੀ ਫਾਰਵਰਡ ਹੋ ਜਾਏਗਾ। ਠੀਕ ਹੈ ਜੀ, ਇਹ ਸੀਗਾ ਤੁਹਾਡਾ ਕੈਪੀਟਲ ਅਕਾਊਂਟ। ਆਈ ਹੋਪ ਤੁਹਾਨੂੰ ਇਹ ਸਮਝ ਆਇਆ ਹੋਊਗਾ। ਅਸੀਂ ਵਰਕਿੰਗ ਨੋਟ ਬਾਰੇ ਗੱਲ ਕਰ ਚੁੱਕੇ ਹਾਂ ਅਤੇ ਤੁਹਾਨੂੰ ਮੈਨੂੰ ਲੱਗਦਾ ਇਹ ਸਾਰੀ ਚੀਜ਼ਾਂ ਸਮਝ ਆ ਗਈ ਹੋਏਗੀ। ਨੈਕਸਟ ਹੈ ਮੈਂ ਤੁਹਾਡੇ ਲਈ ਕੁਝ ਕੁ ਪ੍ਰੈਕਟੀਕਲ ਕੁਐਸਚਨ ਛੱਡ ਕੇ ਜਾ ਰਿਹਾ ਹਾਂ ਜਿਹੜੇ ਕਿ ਤੁਸੀਂ ਕਰਨੇ ਆ, ਆਪਣੀ ਟਰਾਈ ਕਰਨੇ ਆ, ਅਤੇ ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਪ੍ਰੋਬਲਮ ਆਏਗੀ ਤਾਂ ਉਹਨੂੰ ਤੁਸੀਂ ਮੈਨੂੰ ਦੱਸ ਸਕਦੇ ਹੋ, ਅਸੀਂ ਉਹਨੂੰ ਸੌਟ ਆਊਟ ਕਰਨ ਦੀ ਕੋਸ਼ਿਸ਼ ਕਰਾਂਗੇ। ਫਸਟ ਆਫ ਆਲ ਜਿਹੜਾ ਵਾ ਤੁਹਾਡਾ ਅਲੀ ਦੇ ਬਹਾਦਰ ਵਾਲਾ, ਇਹ ਤੁਸੀਂ ਆਪਣੇ ਆਪ ਕਰਨਾ ਵਾ, ਇਹਦਾ ਸਕਰੀਨਸ਼ਾਟ ਮਾਰ ਕੇ ਤੁਸੀਂ ਸਟਾਰਟ ਕਰ ਲੈਣਾ ਵਾ। ਨੈਕਸਟ ਹੈਗਾ ਵਾ PQR, ਅਤੇ ਇਹ ਵਾਲਾ ਕੁਐਸਚਨ ਵੀ ਤੁਸੀਂ ਆਪਣੇ ਆਪ ਕਰਨਾ ਵਾ। ਇਹਦੇ ਵਿੱਚ ਤੁਹਾਡਾ ਪ੍ਰੋਫਿਟ ਐਂਡ ਲਾਸ ਅਕਾਊਂਟ ਬਣੇਗਾ ਅਤੇ ਤੁਹਾਡਾ ਕੀ ਹੋਏਗਾ? ਕੈਪੀਟਲ ਅਕਾਊਂਟ ਵੀ ਸ਼ੋ ਹੋਏਗਾ। ਨੈਕਸਟ ਹੈਗਾ ਵਾ ਤੁਹਾਡਾ ਪ੍ਰੈਕਟੀਕਲ ਪ੍ਰੋਬਲਮ ਜਿਹੜੀ ਹੈਗੀ ਆ ਉਹਦੇ ਵਿੱਚ ਕੈਪੀਟਲ ਅਕਾਊਂਟ ਵੀ ਸ਼ੋ ਕਰਨੇ ਆ ਤੇ ਪਲੱਸ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਬਣੇਗਾ। ਇਹ 3 ਕੁਐਸਚਨ ਨੇ ਜਿਹੜੇ ਕਿ ਮੈਂ ਤੁਹਾਨੂੰ ਦੇ ਕੇ ਜਾ ਰਿਹਾ ਹਾਂ। ਆਈ ਹੋਪ ਤੁਹਾਨੂੰ ਇਹ ਸੈਸ਼ਨ ਵਧੀਆ ਲੱਗਿਆ ਹੋਵੇਗਾ। ਜੇਕਰ ਸੈਸ਼ਨ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਕਰਨਾ ਨਾ ਭੁੱਲੋ, ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਜਸਟ ਵੇਟ ਫॉर ਅ ਬ੍ਰਾਈਟ ਫਿਊਚਰ, ਅਤੇ ਜ਼ਿਆਦਾ ਤੋਂ ਜ਼ਿਆਦਾ ਬੱਚੇ ਮੇਰੇ ਸੈਸ਼ਨ ਦੇ ਨਾਲ ਜੁੜੋ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।